ਖਬਰਾਂ ਦੇ ਅੱਜ ਦੇ ਬੁਲੇਟਿਨ 'ਚ ਤੁਹਾਡਾ ਸਭ ਦਾ ਨਿੱਘਾ ਸਵਾਗਤ। ਮੈਂ ਹਾਂ ਸਤਪਾਲ ਸਿੰਘ ਜੌਹਲ ਤੇ ਕਿਸੇ ਵੀ ਤਰ੍ਹਾਂ ਦਾ ਸੰਪਰਕ ਕਰਨਾ ਹੋਵੇ ਤਾਂ 416 895 3784 4168953784 ਟੈਲੀਫੋਨ ਨੰਬਰ ਹੈ। ਪੰਜਾਬ ਤੋਂ ਪ੍ਰਾਪਤ ਹੋ ਰਹੀ ਤਾਜ਼ਾ ਖਬਰ ਦੇ ਮੁਤਾਬਕ ਉੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਤੇ ਇਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਕੁੱਲ ਮਿਲਾ ਕੇ ਜ਼ਿਲ੍ਹਿਆਂ ਦੀ ਗਿਣਤੀ 23 ਹੋ ਗਈ ਹੈ। ਪੰਜਾਬ ਦੇ ਵਿੱਚ ਮਲੇਰਕੋਟਲਾ ਹੀ ਇੱਕ ਅਜਿਹਾ ਇਲਾਕਾ ਹੈ ਜਿੱਥੇ ਕਿ ਮੁਸਲਿਮ ਭਾਈਚਾਰਾ ਬਹੁ ਗਿਣਤੀ ਵਿੱਚ ਹੈ। ਉਧਰ ਭਾਰਤ ਤੋਂ ਹੀ ਪ੍ਰਾਪਤ ਇੱਕ ਤਾਜ਼ਾ ਖਬਰ ਦੇ ਮੁਤਾਬਕ ਉੱਥੇ ਜੋ ਰੂਸ ਤੋਂ ਕਰੋਨਾ ਵਾਇਰਸ ਦੀ ਵੈਕਸੀਨ ਇੰਪੋਰਟ ਕੀਤੀ ਗਈ ਹੈ ਉਸ ਦੀ ਇੱਕ ਡੋਜ਼ ਦੀ ਕੀਮਤ ਅੱਜ 948 ਰੁਪਏ ਨਿਰਧਾਰਿਤ ਕੀਤੀ ਗਈ ਹੈ ਤੇ ਇਸ ਦੇ ਵਿੱਚ ਭਾਰਤ ਸਰਕਾਰ ਨੇ 5% GST ਵੀ ਐਡ ਕਰਨੀ ਹੈ। ਉਧਰ ਕੈਨੇਡਾ ਦੇ ਵੱਲੋਂ ਹਰ ਤਰ੍ਹਾਂ ਦੀ ਕਰੋਨਾ ਵਾਇਰਸ ਦੀ ਵੈਕਸੀਨ ਇੰਪੋਰਟ ਕਰਕੇ ਲੋਕਾਂ ਨੂੰ ਮੁਫਤ ਦਿੱਤੀ ਜਾ ਰਹੀ ਹੈ ਤੇ ਇਹ ਮੁਫਤ ਵੈਕਸੀਨ ਹਰ ਇੱਕ ਵਿਅਕਤੀ ਜੋ ਕੈਨੇਡਾ ਦੇ ਵਿੱਚ ਮੌਜੂਦ ਹੈ ਉਸ ਨੂੰ ਦਿੱਤੀ ਜਾ ਰਹੀ ਹੈ। ਜ਼ਰੂਰੀ ਨਹੀਂ ਕਿ ਉਹ ਸਿਟੀਜ਼ਨ ਜਾਂ ਰੈਜ਼ੀਡੈਂਟ ਹੋਵੇ। ਭਾਰਤ ਦੇ ਵਿੱਚ ਇੰਪੋਰਟ ਕੀਤੀ ਹੋਈ ਜਾਂ ਕਹਿ ਲਓ ਵੀ ਆਯਾਤ ਕੀਤੀ ਹੋਈ ਇਹ ਕਰੋਨਾ ਵਾਇਰਸ ਦੀ ਵੈਕਸੀਨ ਜੋ ਕਿ ਰੂਸ ਤੋਂ ਮੰਗਵਾਈ ਗਈ ਹੈ ਇਹ ਲੋਕਾਂ ਨੂੰ ਮੁਫਤ ਦੇਣ ਦੀ ਬਜਾਏ ਇਸ ਤੇ ਸਰਕਾਰ ਦੇ ਵੱਲੋਂ 5% ਦਾ GST ਲਗਾਇਆ ਜਾ ਰਿਹਾ ਹੈ। ਉਧਰ ਕਰੋਨਾ ਵਾਇਰਸ ਦਾ ਕਹਿਰ ਵਾਪਰਨਾ ਭਾਰਤ ਦੇ ਵਿੱਚ ਜਾਰੀ ਹੈ ਤੇ ਇਸੇ ਦੌਰਾਨ ਖਬਰ ਆ ਰਹੀ ਹੈ ਕਿ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ MLA ਜਰਨੈਲ ਸਿੰਘ ਦਾ ਦਿੱਲੀ ਦੇ ਵਿੱਚ ਕਰੋਨਾ ਵਾਇਰਸ ਕਰਕੇ ਅੱਜ ਦੇਹਾਂਤ ਹੋ ਗਿਆ। ਕੈਨੇਡਾ ਦੇ ਵਿੱਚ TD ਬੈਂਕ ਦੇ ਵੱਲੋਂ ਸਟਾਪ ਪੇਮੈਂਟ ਚਾਰजेस ਨੂੰ 1 ਜੂਨ ਤੋਂ ਦੁੱਗਣਾ ਕੀਤਾ ਜਾ ਰਿਹਾ ਹੈ। ਕਿਸੇ ਵੀ ਪ੍ਰੀ ਆਥੋਰਾਈਜ਼ਡ ਪੇਮੈਂਟ ਤੇ ਜਾਂ ਫਿਰ ਚੈੱਕ ਤੇ ਜੇਕਰ ਕਿ ਪੇਮੈਂਟ ਰੋਕਣੀ ਹੋਵੇ ਤਾਂ ਉਸ ਦੇ ਹੁਣ ਤੱਕ ਚਾਰजेस $12.5 ਲਏ ਜਾਂਦੇ ਨੇ ਜੋ ਕਿ 1 ਜੂਨ ਤੋਂ $25 ਕਰ ਦਿੱਤੇ ਜਾਣਗੇ। ਇਹ ਚਾਰजेस $12.5 ਹੀ ਰਹਿਣਗੇ ਜੇਕਰ ਕਿ ਇਸ ਦੀ ਰਿਕੁਐਸਟ ਈਜ਼ੀ ਵੈਬ ਆਨਲਾਈਨ ਰਾਹੀਂ ਦਿੱਤੀ ਜਾਵੇਗੀ, ਪਰ ਜੇਕਰ ਬੈਂਕ ਦੇ ਵਿੱਚ ਕਾਊਂਟਰ ਤੇ ਜਾ ਕੇ ਜਾਂ ਫਿਰ ਫੋਨ ਦੇ ਰਾਹੀਂ ਸਟਾਪ ਪੇਮੈਂਟ ਕਰਵਾਈ ਜਾਏਗੀ ਤੇ ਇਸ ਦੇ ਚਾਰजेस 1 ਜੂਨ ਤੋਂ $12.5 ਤੋਂ ਵੱਧ ਕੇ $25 ਹੋ ਜਾਣਗੇ। ਕੈਨੇਡਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵੱਲੋਂ ਇਥੀਓਪੀਅਨ 에ਅਰਲਾਈਨਜ਼ ਦੀ ਫਲਾਈਟ 302 ਤੇ ਯੂਕਰੇਨ ਦੇ ਵਿੱਚ ਯੂਕਰੇਨ ਇੰਟਰਨੈਸ਼ਨਲ 에ਅਰਲਾਈਨਜ਼ ਦੀ ਫਲਾਈਟ 752 ਦੇ ਉਹ ਸਾਰੇ ਵਿਕਟਮਸ ਜੋ ਕਿ ਇਹਨਾਂ ਜਹਾਜ਼ਾਂ ਨੂੰ ਦਰਪੇਸ਼ ਦੁਰਘਟਨਾਵਾਂ ਦੇ ਕਰਕੇ ਮੌਤ ਦਾ ਸ਼ਿਕਾਰ ਹੋ ਗਏ ਸਨ ਉਹਨਾਂ ਦੇ ਪਰਿਵਾਰਾਂ ਨੂੰ ਰਾਹਤ ਦਿੱਤੀ ਹੈ। ਇਹਨਾਂ ਦੋਨਾਂ ਹੀ ਫਲਾਈਟਸ ਦੇ ਵਿੱਚ ਮਾਰੇ ਗਏ ਕੈਨੇਡੀਅਨ ਸਿਟੀਜ਼ਨਸ ਜਾਂ ਫਿਰ ਪਰਮਾਨੈਂਟ ਰੈਜ਼ੀਡੈਂਟਸ ਤੇ ਜਾਂ ਫਿਰ ਉਹ ਲੋਕ ਜਿਨ੍ਹਾਂ ਨੂੰ ਕਿ ਕੈਨੇਡਾ ਦਾ ਪੱਕਾ ਵੀਜ਼ਾ ਭਾਵ ਕਿ ਇਮੀਗ੍ਰੈਂਟ ਵੀਜ਼ਾ ਮਿਲ ਤਾਂ ਚੁੱਕਾ ਸੀ ਪਰ ਹਜੇ ਉਹ ਕੈਨੇਡਾ ਦੇ ਵਿੱਚ ਲੈਂਡ ਨਹੀਂ ਸੀ ਕੀਤੇ, ਉਹਨਾਂ ਦੇ ਪਿੱਛੇ ਰਹਿ ਗਏ ਪਰਿਵਾਰਕ ਜੀਆਂ ਨੂੰ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਬੀਤੇ ਕੱਲ ਇਹ ਐਲਾਨ ਕੀਤਾ ਹੈ ਤੇ ਇਹ ਸਾਰੇ ਪੀੜਤ ਪਰਿਵਾਰ 11 ਮਈ 2022 ਤੱਕ ਕੈਨੇਡਾ ਤੋਂ ਜਾਂ ਕੈਨੇਡਾ ਤੋਂ ਬਾਹਰ ਜਿੱਥੇ ਵੀ ਕਿਤੇ ਰਹਿ ਰਹੇ ਨੇ ਆਪਣੀ PR ਅਪਲਾਈ ਕਰ ਸਕਦੇ ਨੇ। ਕੈਨੇਡਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਹੀ ਬੀਤੇ ਕੱਲ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਇੱਕ ਹੋਰ ਡਰਾ ਕੱਢਿਆ ਜਿਸ ਦੇ ਵਿੱਚ ਕਿ 4147 ਉਮੀਦਵਾਰਾਂ ਨੂੰ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਮਿਲ ਗਿਆ। ਇਸ ਦੇ ਵਿੱਚ CRS ਸਕੋਰ 401 ਰਿਹਾ ਤੇ ਇਸ ਦੇ ਨਾਲ ਹੀ 29 ਅਪ੍ਰੈਲ 2021 ਤੱਕ ਐਕਸਪ੍ਰੈਸ ਐਂਟਰੀ ਦੇ ਵਿੱਚ ਆਪਣਾ ਪ੍ਰੋਫਾਈਲ ਦਾਖਲ ਕਰਨ ਵਾਲੇ ਸਾਰੇ ਉਮੀਦਵਾਰਾਂ ਨੂੰ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਸੱਦਾ ਦਿੱਤਾ ਗਿਆ। ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵੱਲੋਂ ਇਹ ਜਿੰਨੇ ਵੀ ਡਰਾ ਕੱਢੇ ਜਾਂਦੇ ਨੇ ਉਸ ਦੇ ਵਿੱਚ ਇਮੀਗ੍ਰੇਸ਼ਨ ਅਪਲਾਈ ਕਰਨ ਦੇ ਲਈ LMIA ਦਾ ਹੋਣਾ ਜ਼ਰੂਰੀ ਨਹੀਂ ਹੈ। ਕਿਬੈਕ ਤੋਂ ਪ੍ਰਾਪਤ ਹੋ ਰਹੀਆਂ ਖਬਰਾਂ ਦੇ ਮੁਤਾਬਕ ਉੱਥੇ ਉਹ ਵਿਅਕਤੀ ਜਿਹੜੇ ਕਿ ਫ੍ਰੈਂਚ ਨਹੀਂ ਬੋਲ ਸਕਦੇ ਹੋਣਗੇ ਜਾਂ ਸਮਝ ਸਕਦੇ ਹੋਣਗੇ ਉਹਨਾਂ ਦਾ ਭਵਿੱਖ ਉਸ ਪ੍ਰਾਂਤ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਧੁੰਦਲਾ ਹੋ ਜਾਏਗਾ। ਬੀਤੇ ਕੱਲ ਉੱਥੋਂ ਦੀ ਵਿਧਾਨ ਸਭਾ ਦੇ ਵਿੱਚ 100 ਕੁ ਸਫ਼ਿਆਂ ਦਾ ਬਿੱਲ 96 ਪੇਸ਼ ਕੀਤਾ ਗਿਆ ਜਿਸ ਦੇ ਵਿੱਚ ਕਿ ਕਿਬੈਕ ਨੂੰ ਇੱਕ ਵੱਖਰਾ ਰਾਸ਼ਟਰ ਦਾ ਦਰਜਾ ਦੇਣ ਤੇ ਉਸ ਦੀ ਪ੍ਰਮੁੱਖ ਭਾਸ਼ਾ ਫ੍ਰੈਂਚ ਕਰਨ ਦੇ ਲਈ ਕੈਨੇਡਾ ਦੀ ਸਰਕਾਰ ਤੋਂ ਕੈਨੇਡਾ ਦੇ ਸੰਵਿਧਾਨ ਦੇ ਵਿੱਚ ਸੋਧ ਕਰਨ ਦੀ ਮੰਗ ਕੀਤੀ ਗਈ ਹੈ। ਇਸ ਬਿੱਲ ਨੂੰ ਕਿਬੈਕ ਦੀ ਵਿਧਾਨ ਸਭਾ ਦੇ ਵਿੱਚ ਪਾਸ ਹੋਣ 'ਚ ਕੋਈ ਅੜਚਣ ਪੇਸ਼ ਨਹੀਂ ਆਉਂਦੀ ਲੱਗ ਰਹੀ ਕਿਉਂਕਿ ਉੱਥੋਂ ਦੀ ਸੱਤਾਧਾਰੀ ਪਾਰਟੀ ਕਿਊਬਕਵਾ ਦੇ ਕੋਲ ਆਸਾਨ ਬਹੁਮਤ ਮੌਜੂਦ ਹੈ। ਜਿਸ ਤਰ੍ਹਾਂ ਆਸ ਕੀਤੀ ਜਾ ਰਹੀ ਸੀ ਓਨਟਾਰੀਓ ਦੇ ਮੁੱਖ ਮੰਤਰੀ ਡਗਲਸ ਫੋਰਟ ਨੇ ਬੀਤੇ ਕੱਲ ਪ੍ਰਾਂਤ ਦੇ ਵਿੱਚ ਸਟੇ ਐਟ ਹੋਮ ਆਰਡਰ 2 ਜੂਨ ਤੱਕ ਵਧਾ ਦਿੱਤਾ ਹੈ ਤੇ ਇਸ ਦੇ ਨਾਲ ਹੀ ਹਾਲ ਦੀ ਘੜੀ ਕਿਸੇ ਵੀ ਤਰ੍ਹਾਂ ਦੀ ਢਿੱਲ ਦੇਣ ਤੋਂ ਇਨਕਾਰ ਕੀਤਾ ਹੈ ਤੇ ਲੇਕਿਨ ਕਿ ਇਸ਼ਾਰਾ ਮਿਲ ਰਿਹਾ ਹੈ ਕਿ ਬਾਹਰ ਖੇਡਣ ਮੱਲਣ ਦੀਆਂ ਥਾਵਾਂ 2 ਜੂਨ ਤੋਂ ਬਾਅਦ ਖੁੱਲਣ ਦੀ ਸੰਭਾਵਨਾ ਵੱਧ ਰਹੀ ਹੈ ਕਿਉਂਕਿ ਹੁਣ ਕਰੋਨਾ ਵਾਇਰਸ ਦੇ ਕੇਸ ਇੱਕ ਵਾਰ ਫੇਰ ਘਟਣੇ ਜਾਰੀ ਨੇ। ਇਸ ਦੇ ਨਾਲ ਹੀ ਓਨਟਾਰੀਓ ਦੇ ਵਿੱਚ ਉਹ ਬੱਚੇ ਜਿਨ੍ਹਾਂ ਦੀ ਉਮਰ 12 ਸਾਲ ਤੋਂ ਵੱਧ ਹੈ ਉਹਨਾਂ ਨੂੰ ਕਰੋਨਾ ਵਾਇਰਸ ਦੀ ਵੈਕਸੀਨ ਫਾਈਜ਼ਰ ਦਾ ਟੀਕਾ ਲਗਾਇਆ ਜਾਏਗਾ ਤੇ ਇਹ ਟੀਕੇ ਉਹਨਾਂ ਨੂੰ ਜੂਨ ਦੇ ਪਹਿਲੇ ਹਫ਼ਤੇ ਤੋਂ ਲੱਗਣੇ ਸ਼ੁਰੂ ਹੋ ਜਾਣਗੇ। ਜਿਸ ਤਰ੍ਹਾਂ ਪਹਿਲਾਂ ਵੀ ਖਬਰਾਂ ਦੇ ਇਸ ਬੁਲੇਟਿਨ 'ਚ ਦੱਸਿਆ ਜਾ ਚੁੱਕਾ ਹੈ ਕਿ ਓਨਟਾਰੀਓ ਦੇ ਵਿੱਚ ਇਸ ਵਿੱਦਿਅਕ ਵਰ੍ਹੇ ਦੇ ਦੌਰਾਨ ਸਕੂਲ ਖੁੱਲ੍ਹਣ ਦੀ ਸੰਭਾਵਨਾ ਨਹੀਂ ਹੈ ਤੇ ਮੁੱਖ ਮੰਤਰੀ ਫੋਰਡ ਨੇ ਵੀ ਕੱਲ ਇਹੀ ਇਸ਼ਾਰਾ ਦਿੱਤਾ ਹੈ ਕਿ ਸਾਰੇ ਹੀ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਦੇ ਵਿੱਚ ਆਨਲਾਈਨ ਕਲਾਸਿਸ ਲੱਗਣੀਆਂ ਜਾਰੀ ਰਹਿਣਗੀਆਂ ਤੇ ਅਜੇ ਤੱਕ ਸਰਕਾਰ ਦਾ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਦਾ ਕੋਈ ਪਲਾਨ ਰਿਲੀਜ਼ ਨਹੀਂ ਕੀਤਾ ਗਿਆ।
ਕੈਨੇਡਾ ਦੇ ਵਿੱਚ ਬੀਤੇ 100 ਸਾਲਾਂ ਤੋਂ ਲਗਾਤਾਰ ਬੱਸ ਸਰਵਿਸ ਦੇ ਰਹੀ ਕੰਪਨੀ ਗ੍ਰੇ ਹਾਊਂਡ ਦੇ ਵੱਲੋਂ ਬੀਤੀ ਰਾਤ ਦੇਸ਼ ਭਰ ਦੇ ਵਿੱਚ ਆਪਣੀ ਸਾਰੀ ਟਰਾਂਸਪੋਰਟੇਸ਼ਨ ਸਰਵਿਸ ਬੰਦ ਕਰਨ ਦਾ ਐਲਾਨ ਕੀਤਾ ਗਿਆ। ਕੋਰੋਨਾ ਵਾਇਰਸ ਕਰਕੇ ਬੱਸਾਂ ਦੇ ਵਿੱਚ ਮੁਸਾਫਰਾਂ ਦੀ ਗਿਣਤੀ ਕਾਫੀ ਘਟ ਗਈ ਸੀ ਤੇ ਪਿਛਲੇ ਸਾਲ ਤੋਂ ਵੀ ਵੱਧ ਸਮੇਂ ਤੋਂ ਗ੍ਰੇ ਹਾਊਂਡ ਦੀਆਂ ਬੱਸਾਂ ਦੇ ਕਾਰੋਬਾਰ ਨੂੰ ਵੱਡੇ ਘਾਟੇ ਪੈ ਰਹੇ ਸਨ। ਇਸ ਦੇ ਨਾਲ ਹੀ ਪਿਛਲੇ ਮਹੀਨੇ ਹੀ ਟੋਰਾਂਟੋ ਤੋਂ ਮੌਂਟਰੀਆਲ ਤੇ ਟੋਰਾਂਟੋ ਤੋਂ ਵਿੰਡਸਰ ਅਤੇ ਓਟਵਾ ਨੂੰ ਜਾਣ ਵਾਲੀਆਂ ਬੱਸਾਂ ਤੇ ਇਸ ਦੇ ਨਾਲ ਹੀ ਕਿੰਗਸਟਨ ਨੂੰ ਜਾਣ ਵਾਲੀਆਂ ਬੱਸਾਂ ਵੀ ਅਪ੍ਰੈਲ ਦੇ ਵਿੱਚ ਬੰਦ ਕਰ ਦਿੱਤੀਆਂ ਗਈਆਂ ਸਨ। ਹੁਣ ਪਤਾ ਲੱਗ ਰਿਹਾ ਕਿ ਜਿਨ੍ਹਾਂ ਲੋਕਾਂ ਕੋਲ 13 ਮਈ ਤੋਂ ਬਾਅਦ ਬੱਸ ਵਿੱਚ ਸਫ਼ਰ ਕਰਨ ਦੀ ਗ੍ਰੇ ਹਾਊਂਡ ਦੀ ਕੋਈ ਟਿਕਟ ਹੈ, ਉਸ ਦਾ ਫੁੱਲ ਰਿਫੰਡ ਦਿੱਤਾ ਜਾਏਗਾ। ਪੀਲ ਪਬਲਿਕ ਹੈਲਥ ਦੇ ਵੱਲੋਂ ਬਰੈਂਪਟਨ, ਮਿਸਿਸਾਗਾ ਤੇ ਕੈਲੇਡਨ ਦੇ ਵਿੱਚ ਰਹਿਣ ਵਾਲੇ 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕਾਂ ਦੇ ਲਈ ਮੋਬਾਈਲ ਵੈਕਸੀਨੇਸ਼ਨ ਕਲੀਨਿਕਸ ਦਾ ਆਯੋਜਨ ਕੀਤਾ ਜਾ ਰਿਹਾ ਹੈ ਤੇ ਇਹ ਕਲੀਨਿਕਸ ਇਸ ਵੀਕਐਂਡ ਦੇ ਦੌਰਾਨ ਵੀ ਲੱਗਣਗੇ। ਇਹਨਾਂ ਕਲੀਨਿਕਸ ਦੇ ਵਿੱਚ ਜਾ ਕੇ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਟੀਕਾ ਲਗਾਉਣ ਦੇ ਲਈ ਆਨਲਾਈਨ ਅਪਾਇੰਟਮੈਂਟ ਬਣਾਈ ਜਾ ਸਕਦੀ ਹੈ। ਇਸੇ ਤਰ੍ਹਾਂ ਦਾ ਇੱਕ ਮੋਬਾਈਲ ਵੈਕਸੀਨੇਸ਼ਨ ਕਲੀਨਿਕ ਅੱਜ ਬਰੈਂਪਟਨ ਦੇ ਵਾਰਡ 10 ਦੇ ਵਿੱਚ ਕੈਸਲਬਰੁਕ ਸੈਕੰਡਰੀ ਸਕੂਲ ਦੇ ਵਿੱਚ ਵੀ ਲੱਗਾ ਹੋਇਆ ਹੈ, ਜੋ ਕਿ ਅੱਜ ਕੱਲ੍ਹ ਤੇ ਪਰਸੋਂ ਨੂੰ ਲੱਗਾ ਰਹੇਗਾ ਤੇ ਉੱਥੇ ਲਗਾਤਾਰ ਵੀਕਐਂਡ ਦੇ ਦੌਰਾਨ ਸਵੇਰੇ 9:30 ਵਜੇ ਤੋਂ ਲੈ ਕੇ 4:30 ਵਜੇ ਤੱਕ ਜਾ ਕੇ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਟੀਕਾ ਲਗਵਾਇਆ ਜਾ ਸਕਦਾ ਹੈ, ਪਰ ਉੱਥੇ ਜਾਣ ਤੋਂ ਪਹਿਲਾਂ ਅਪਾਇੰਟਮੈਂਟ ਬਣਾਉਣਾ ਜ਼ਰੂਰੀ ਹੈ। ਕੈਸਲਬਰੁਕ ਸੈਕੰਡਰੀ ਸਕੂਲ ਗੋਰ ਰੋਡ ਤੇ ਗਾਰਡਨ ਬਰੁਕ ਦੀ ਨੁੱਕਰ ਤੇ ਹੈ। ਉਧਰ ਓਨਟਾਰੀਓ ਦੀ ਸਰਕਾਰ ਨੇ ਇਹ ਟਾਰਗੇਟ ਰੱਖਿਆ ਹੋਇਆ ਹੈ ਕਿ ਸਾਰੇ ਹੀ ਓਨਟਾਰੀਓ ਵਾਸੀ ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਤੇ ਜੇਕਰ ਕਿ ਉਹ ਕੋਰੋਨਾ ਵਾਇਰਸ ਦੀ ਵੈਕਸੀਨ ਦਾ ਟੀਕਾ ਲਗਵਾਉਣਾ ਚਾਹਣਗੇ ਤੇ ਉਹਨਾਂ ਨੂੰ 22 ਸਤੰਬਰ 2021 ਤੱਕ ਜ਼ਰੂਰ ਮੌਕਾ ਮਿਲ ਜਾਏਗਾ। ਸੋ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ 4 ਕੁ ਮਹੀਨਿਆਂ ਦੇ ਵਿੱਚ ਕੋਰੋਨਾ ਵਾਇਰਸ ਦੀ ਇਸ ਤਰਾਸਦੀ ਤੋਂ ਛੁਟਕਾਰਾ ਮਿਲ ਸਕਦਾ ਹੈ, ਜੇਕਰ ਵੱਡੀ ਤਾਦਾਦ ਦੇ ਵਿੱਚ ਲੋਕ ਹੁਮ-ਹੁਮਾ ਕੇ ਵੈਕਸੀਨ ਦਾ ਟੀਕਾ ਲਗਵਾਉਣਾ ਜਾਰੀ ਰੱਖਣਗੇ। ਪਰ ਅਜੇ ਤੱਕ ਵੀ ਕੋਰੋਨਾ ਵਾਇਰਸ ਹੋਰ ਭਿਆਨਕ ਰੂਪ ਅਖਤਿਆਰ ਨਾ ਕਰੇ, ਟੋਰਾਂਟੋ ਦੇ ਵਿੱਚ ਮਿਊਨਿਸਪਲ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਗਰਮੀਆਂ ਦੇ ਮਹੀਨਿਆਂ ਦੇ ਦੌਰਾਨ ਸ਼ਹਿਰ ਦੇ ਵਿੱਚ ਹੋਣ ਵਾਲੇ ਸਾਰੀ ਤਰ੍ਹਾਂ ਦੇ ਇਵੈਂਟਸ ਤੇ ਮੇਲੇ ਉਹਨਾਂ ਦੇ ਵਾਸਤੇ ਲਾਇਸੈਂਸ ਪਰਮਿਸ਼ਨ ਨਹੀਂ ਦਿੱਤੀ ਜਾਏਗੀ। ਸਤੰਬਰ ਦੇ ਪਹਿਲੇ ਹਫ਼ਤੇ ਤੱਕ ਟੋਰਾਂਟੋ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਵੱਡੇ ਇਕੱਠ ਨਹੀਂ ਹੋ ਸਕਣਗੇ, ਜੋ ਕਿ ਮੇਲੇ ਜਾਂ ਇਵੈਂਟਸ ਦੇ ਰੂਪ ਦੇ ਵਿੱਚ ਆਮ ਤੌਰ ਤੇ ਹੁੰਦੇ ਨੇ। ਖਬਰਾਂ ਦੇ ਬੁਲੇਟਿਨ ਨਾਲ ਜੁੜੇ ਸੀ, ਮੈਂ ਹਾਂ ਸਤਪਾਲ ਸਿੰਘ ਜੌਲ।